ਦੀਨ ਕੀ ਪ੍ਰਪਾਲ ਕਰੇ ਨਿਤ ਸੁਨਤ ਵਾਰਗਨੀ ਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਭੂਖਤ ਹੈ ਜਲ ਮੈਂ ਥਲ ਮੈਂ ਫਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ ਕਰ ਦੇਤ ਨ ਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਧੰਨਤਾ ਦੇ ਯੋਗ ਹੋ ਜਿਨ੍ਹਾਂ ਨੂੰ ਸਤਿਗੁਰਾਂ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਭਾਈ ਸਾਹਿਬ ਭਾਈ ਮਤੀ ਦਾਸ ਜੀ ਚੈਰੀਟੇਬਲ ਸੁਸਾਇਟੀ ਦੀ 21ਵੀਂ ਵਰ੍ਹੇਗੰਢ ਦੇ ਸਮਰਪਿਤ ਧੰਨ ਦੀਨ ਦੁਨੀ ਦੇ ਮਾਲਕ ਸ਼ਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀ ਪ੍ਰੇਰਨਾ ਦੇ ਨਾਲ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਦੇ ਅਸਥਾਨ 'ਤੇ ਪ੍ਰਬੰਧਕ ਜਨਾਂ ਵੱਲੋਂ ਆਪ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਪਾਤਸ਼ਾਹ ਜੀ ਦੇ ਬਚਨ ਹਨ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਨ ਕਾ ਇਹ ਸੁਆਓ ਜਨ ਕੇ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਨਾਲ ਦੀ ਨਾਲ ਗੁਰਮੁਖ ਪਿਆਰਿਆਂ ਨੇ ਜਿਸ ਤਰ੍ਹਾਂ ਦੱਸਿਆ ਕਿ ਕੱਲ੍ਹ ਜੋ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਲੰਘਿਆ ਹੈ, ਉਹ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਾਂ ਨੂੰ ਇਹ ਗੁਰਮੁਖ ਪਿਆਰੇ ਪ੍ਰਾਪਤ ਕਰ ਰਹੇ ਹਨ। ਸੰਗਤਾਂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਕਿਸੇ ਇਲਾਕੇ ਦੇ ਵਿੱਚੋਂ ਇੱਕ ਪ੍ਰੇਮੀ ਨੇ ਬੇਨਤੀ ਕੀਤੀ ਕਿ ਮਹਾਰਾਜ ਗੁਰਬਾਣੀ ਦਾ ਪਾਠ ਬਾਬਾ ਰਾਮ ਰਾਏ ਜੀ ਵੀ ਕਰਦੇ ਹਨ, ਗੁਰਬਾਣੀ ਦਾ ਪਾਠ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੀ ਕਰਦੇ ਹਨ, ਤੁਸੀਂ ਕਿਰਪਾ ਕਰਕੇ ਦੱਸੋ ਕਿਹਨਾਂ ਨੂੰ ਮਹਾਨਤਾ ਪ੍ਰਾਪਤ ਹੋਵੇਗੀ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ ਕਿ ਇਸ ਗੱਲ ਨੂੰ ਤੁਸੀਂ ਆਪਣੇ ਪਾਸ ਗੁਪਤ ਰੱਖਣਾ, ਕਿਉਂਕਿ ਕੋਈ ਵੀ ਗੱਲ ਹੋਵੇ ਸਮਾਂ ਆਉਣ 'ਤੇ ਪ੍ਰਗਟ ਕੀਤੀ ਜਾਵੇ ਤਾਂ ਉਹ ਚੰਗੀ ਹੁੰਦੀ ਹੈ। ਮਹਾਰਾਜ ਜੀ ਨੇ ਆਖਿਆ ਕਿ ਜਿਨ੍ਹਾਂ ਪੋਥੀ ਸਾਹਿਬ ਜਿਹੜੀ ਮੰਜੀ ਸਾਹਿਬ ਦੇ ਉੱਪਰ ਪ੍ਰਕਾਸ਼ ਕਰਦੇ ਹਨ, ਉਸ ਮੰਜੀ ਸਾਹਿਬ ਦੇ ਪਾਵੇ ਦੇ ਵਿੱਚ ਇੱਕ ਖੰਧੂਈ ਜਾ ਕੇ ਚਬਾਉਣੀ, ਤੁਹਾਨੂੰ ਪਤਾ ਲੱਗ ਜਾਵੇਗਾ। ਜਿੱਥੇ ਬਾਬਾ ਰਾਮ ਰਾਏ ਜੀ ਕਰ ਰਹੇ ਸਨ ਪਾਠ, ਜਾ ਕਰਕੇ ਖੰਧੂਈ ਖਵਾਉਣਾ ਕੀਤੀ, ਪਰ ਬਿਲਕੁਲ ਵੀ ਉਹ ਪ੍ਰਵੇਸ਼ ਨਹੀਂ ਕੀਤੀ ਹੈ। ਜਿੱਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਪਾਠ ਕਰ ਰਹੇ ਸਨ, ਜਦ ਖੰਧੂਈ ਜਾ ਕੇ ਪਾਵੇ ਦੇ ਵਿੱਚ ਚਬੋਈ ਵਿੱਚ ਉਹ ਲੀਨ ਹੋ ਗਈ, ਜਿਸ ਤਰ੍ਹਾਂ ਮੋਮ ਦੇ ਵਿੱਚ ਖਬੋਈ ਦੀ ਹੈ। ਨਿਸ਼ਚਾ ਹੋ ਗਿਆ, ਪਤਾ ਲੱਗ ਗਿਆ। ਇਹ ਇੱਕ ਬੜੀ ਵੱਡੀ ਸਾਡੇ ਵਾਸਤੇ ਪ੍ਰੇਰਨਾ ਹੈ। ਇਤਿਹਾਸ ਦਾ ਆਪਾਂ ਨੂੰ ਪਤਾ ਹੁੰਦਾ ਹੈ, ਕਈ ਵਾਰੀ ਪੜ੍ਹਿਆ ਹੁੰਦਾ ਹੈ, ਕਈ ਵਾਰੀ ਸੁਣਿਆ ਹੁੰਦਾ ਹੈ ਕਿ ਗੁਰਬਾਣੀ ਦਾ ਪਾਠ ਕਿਹੜੇ ਤਰੀਕੇ ਦੇ ਨਾਲ ਕਰਨਾ ਚਾਹੀਦਾ ਹੈ। ਜੇ ਕਿਧਰੇ ਮਨ ਲਾ ਕੇ ਬਾਣੀ ਦਾ ਪਾਠ ਕੀਤਾ ਜਾਵੇ ਤਾਂ ਫਿਰ ਕਹਿੰਦੇ ਬਾਣੀ ਦਾ ਪਾਠ ਕਰਨ ਵਾਲੇ, ਸਿਮਰਨ ਕਰਨ ਵਾਲੇ, ਨਾਮ ਜਪਣ ਵਾਲੇ ਜਿਹੜੇ ਗੁਰਮੁਖ ਹੁੰਦੇ ਹਨ, ਉਹਨਾਂ ਨੂੰ ਇੱਕ ਅਗੰਮੀ ਤਰ੍ਹਾਂ ਦੀ ਇੱਕ ਮਸਤੀ ਚੜ੍ਹ ਜਾਂਦੀ ਹੈ। ਜਿਸ ਤਰ੍ਹਾਂ ਪਾਤਸ਼ਾਹ ਜੀ ਦੇ ਵਚਨ ਆਉਂਦੇ ਹਨ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੇ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਪੂਰਾ ਸਾਚ ਪਿਆਲਾ ਸਹਿਜੇ, ਤਿਸੇ ਪੀਆਏ ਜਾ ਕੋ ਨਦਰ ਕਰੇ, ਕਹਿੰਦੇ ਅੰਮ੍ਰਿਤ ਕਾ ਵਾਪਾਰੀ ਹੋਵੈ, ਕਿਆ ਮਦ ਛੂਛੇ ਭਾਉ ਧਰੇ। ਪੂਰੇ ਵਰਲਡ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਦੀ ਭਰਮਾਰ ਹੈ, ਪਰ ਕਹਿੰਦੇ ਜਿਹੜਾ ਨਸ਼ਾ, ਜਿਹੜੀ ਮਸਤੀ ਨਾਮ ਜਪ ਕੇ ਬਾਣੀ ਪੜ੍ਹ ਕੇ ਚੜ੍ਹਦੀ ਹੈ, ਉਹਦੇ ਸਾਹਮਣੇ ਸੰਸਾਰ ਦੇ ਨਸ਼ੇ ਕੁਝ ਵੀ ਨਹੀਂ ਹਨ। ਵਿਦਵਾਨਾਂ ਦਾ ਬਚਨ ਹੈ, ਭਟਕਣ ਛੱਡ ਲਟਕ ਲਾ ਇੱਕੋ, ਖੀਵਾ ਹੋ ਸੁਖ ਮਾਣੇ, ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਇਸ ਇਤਿਹਾਸਕ ਵਾਰਤਾ ਤੋਂ ਪਤਾ ਚੱਲਦਾ ਹੈ ਕਿ ਬਾਣੀ ਕਿਸ ਤਰ੍ਹਾਂ ਪੜ੍ਹਨੀ ਚਾਹੀਦੀ ਹੈ। ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ, ਅਨਕ ਯਤਨ ਕਰ ਮਨ ਨਹੀਂ ਦਰਵੈ, ਹਰ ਦਰਗਹਿ ਕਉ ਕੈਸੇ ਗਵੈ। ਕਹਿੰਦੇ ਮਨੁੱਖ ਬੜੇ ਅਡੰਬਰ ਕਰਦਾ ਹੈ, ਪਰ ਮਨ ਜਿਹੜਾ ਹੈ ਉਹ ਦਰਵਦਾ ਨਹੀਂ ਹੈ। ਜਿੰਨਾ ਚਿਰ ਤੱਕ ਦਰਵੇ ਨਾ, ਉਹਨਾਂ ਚਿਰ ਤੱਕ ਆਪਣੀ ਮੰਜ਼ਿਲ ਵਾਲੇ ਪਾਸੇ ਵੱਧਦਾ ਨਹੀਂ ਹੈ। ਬਰਫ਼ ਜਿੰਨਾ ਚਿਰ ਤੱਕ ਜੰਮੀ ਰਹਿੰਦੀ ਹੈ, ਉੱਥੇ ਦੀ ਉੱਥੇ ਰਹਿੰਦੀ ਹੈ। ਜਦ ਕਹਿੰਦੇ ਬਰਫ਼ ਪਿਘਲ ਜਾਂਦੀ ਹੈ, ਦਰਵ ਜਾਂਦੀ ਹੈ, ਫਿਰ ਉਹ ਪਾਣੀ ਆਪਣੀ ਮੰਜ਼ਿਲ ਵੱਲ ਨੂੰ ਚੱਲ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਇਹ ਇੱਕ ਪ੍ਰੇਰਨਾ ਮਿਲਦੀ ਹੈ। ਮਹਾਰਾਜ ਬਾਣੀ ਪੜ੍ਹਦੇ ਸਨ, ਬਾਣੀ ਦੇ ਵਿੱਚ ਲੀਨ ਹੋ ਜਾਂਦੇ ਸਨ, ਐਸੇ ਰਸ ਦੇ ਵਿੱਚ ਮਸਤ ਹੋ ਜਾਂਦੇ ਸਨ, ਬਹੁਤ ਛੋਟੀ ਅਵਸਥਾ ਦੇ ਵਿੱਚ ਹੀ। ਜਿਨ੍ਹਾਂ ਮਹਾਂਪੁਰਸ਼ਾਂ ਦੇ ਯਾਦ ਦੇ ਵਿੱਚ, ਭਾਈ ਸਾਹਿਬ ਭਾਈ ਮਤੀ ਦਾਸ ਜੀ ਦੀ ਯਾਦ ਦੇ ਵਿੱਚ ਇਹ ਸਮਾਗਮ ਹੈ ਅਤੇ ਉਹਨਾਂ ਦੇ ਨਾਮ ਦੇ ਉੱਪਰ ਹੀ ਸੁਸਾਇਟੀ ਹੈ।
ਉਹਨਾਂ ਦੇ ਜੀਵਨ ਤੋਂ ਵੀ ਪ੍ਰੇਰਨਾ ਮਿਲਦੀ ਹੈ ਕਿ ਕਿਸ ਤਰ੍ਹਾਂ ਜਿਹੜੇ ਬਾਣੀ ਨੂੰ ਪਿਆਰ ਦੇ ਨਾਲ ਪੜ੍ਹਦੇ ਹਨ, ਬਾਣੀ ਉਹਨਾਂ ਦੇ ਰੋਮ ਰੋਮ ਦੇ ਵਿੱਚ ਵਸ ਜਾਂਦੀ ਹੈ। ਆਪਾਂ ਦੇਖਦੇ ਹਾਂ ਪਤਿਤ ਪੁਣਾ ਕਿਤਨਾ ਵੱਧ ਰਿਹਾ ਹੈ। ਇੱਧਰ ਮਨੁੱਖ ਗੁਰੂ ਵਾਲਾ ਬਣਦਾ ਹੈ, 5 ਕਕਾਰ ਪਹਿਨਦਾ ਹੈ, ਥੋੜ੍ਹੇ ਦਿਨਾਂ ਬਾਅਦ ਫਿਰ ਉਤਾਰ ਦਿੰਦਾ ਹੈ, ਗੁਰਦੁਆਰੇ ਆਉਣਾ ਛੱਡ ਦਿੰਦਾ ਹੈ, ਕੇਸਾਂ ਦੀ ਬੇਅਦਬੀ ਕਰਦੇ ਹਨ, ਨਸ਼ਿਆਂ ਦੇ ਵਿੱਚ ਪੈ ਜਾਂਦੇ ਹਨ। ਇਹਦਾ ਕਾਰਨ ਹੈ ਕਿ ਆਪਾਂ ਬਾਣੀ ਨੂੰ ਪਿਆਰ ਦੇ ਨਾਲ ਪੜ੍ਹਿਆ ਨਹੀਂ, ਬਾਣੀ ਦੇ ਵਿੱਚ ਆਪਣਾ ਹਿਰਦਾ ਜੋੜਿਆ ਨਹੀਂ। ਭਾਈ ਸਾਹਿਬ ਭਾਈ ਮਤੀ ਦਾਸ ਜੀ ਦੇ ਜੀਵਨ ਦੇ ਵਿੱਚੋਂ ਸਾਨੂੰ ਪ੍ਰੇਰਨਾ ਮਿਲਦੀ ਹੈ। ਜੇਕਰ ਵਾਕਿਆ ਹੀ ਪਿਆਰ ਦੇ ਨਾਲ ਬਾਣੀ ਪੜ੍ਹੀ ਹੋਵੇ ਨਾ, ਭਾਵੇਂ ਕੋਈ ਸਿਰ ਦੇ ਉੱਪਰ ਆਰਾ ਵੀ ਰੱਖ ਦਵੇ ਤਾਂ ਵੀ ਉਹਦੇ ਰੋਮ ਦੇ ਵਿੱਚੋਂ ਬਾਣੀ ਹੀ ਨਿਕਲਦੀ ਹੈ। ਉਹਨੂੰ ਕੋਈ ਦੁਨੀਆ ਦੀ ਤਾਕਤ ਸਿੱਖੀ ਦੇ ਨਾਲੋਂ ਤੋੜ ਨਹੀਂ ਸਕਦੀ ਹੈ। ਜਣਾ ਖਣਾ ਹੀ ਸਿੱਖ ਨੂੰ ਸਿੱਖੀ ਦੇ ਨਾਲੋਂ ਤੋੜ ਦਿੰਦਾ ਹੈ। ਇਹਦਾ ਕਾਰਨ ਹੈ ਕਿ ਅਜੇ ਕਚਿਆਈ ਹੈ, ਅਜੇ ਢਲਿਆਈ ਹੈ। ਜਦ ਸਿੱਖ ਪੱਕ ਜਾਂਦਾ ਹੈ ਫਿਰ ਕਹਿੰਦੇ ਇਸ ਨੂੰ ਕੋਈ ਤੋੜ ਨਹੀਂ ਸਕਦਾ। ਸੂਰਜ ਪ੍ਰਕਾਸ਼ ਦੇ ਵਿੱਚ ਬਚਨ ਆਉਂਦੇ ਹਨ, ਕਹਿੰਦੇ ਜਿਸ ਵਕਤ ਭਾਈ ਮਤੀ ਦਾਸ ਜੀ ਦੇ ਸੀਸ ਦੇ ਉੱਪਰ ਆਰਾ ਰੱਖਿਆ ਗਿਆ, ਸਰੀਰ ਦੁਫਾੜ ਹੋ ਚੁੱਕਾ ਸੀ। ਪਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ ਕਿ ਦੋਨੋਂ ਤਨ ਤੇ ਜਪਜੀ ਪੜ੍ਹੈ, ਦੇਖਤ ਸਭ ਕੇ ਅਚਰਜ ਬੜੈ। ਕਹਿੰਦੇ ਬਾਣੀ ਦੇ ਵਿੱਚ ਇੰਨੇ ਲੀਨ ਹੋ ਚੁੱਕੇ ਸਨ ਕਿ ਕਹਿੰਦੇ ਵੀ 2 ਹਿੱਸਿਆਂ ਦੇ ਵਿੱਚ ਸਰੀਰ ਹੋ ਚੁੱਕਾ ਸੀ, ਤਾਂ ਵੀ ਦੋਵਾਂ ਸਰੀਰਾਂ ਦੇ ਵਿੱਚੋਂ ਬਾਣੀ ਦੀਆਂ ਆਵਾਜ਼ਾਂ ਆਉਂਦੀਆਂ ਸਨ। ਇੱਕ ਟੁਕੜੇ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਦੂਸਰੇ ਪਾਸਿਓਂ ਆਵਾਜ਼ ਆਉਂਦੀ ਹੈ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਦੁਸ਼ਮਣ ਹੈਰਾਨ ਸਨ, ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਦੋਨੋਂ ਤਨ ਤੇ ਜਪਜੀ ਪੜ੍ਹੈ, ਦੇਖਤ ਸਭ ਕੇ ਅਚਰਜ ਬੜੈ। ਸਾਰਿਆਂ ਦੇ ਮਨ ਦੇ ਵਿੱਚ ਬੜੀ ਹੈਰਾਨੀ ਹੁੰਦੀ ਹੈ। ਜੇ ਆਖਰੀ ਇੱਛਾ ਪੁੱਛਦੇ ਹਨ ਤਾਂ ਆਖਦੇ ਹਨ ਕਿ ਮੇਰਾ ਮੁਖ ਜਿਹੜਾ ਹੈ ਨਾ, ਉਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੱਲ ਕੀਤਾ ਜਾਵੇ। ਇਹ ਆਖਰੀ ਇੱਛਾ ਸੀ। ਇਹ ਜਿਤਨੀਆਂ ਬਰਕਤਾਂ ਹਨ ਸਾਧ ਸੰਗਤ ਜੀ ਸਿੱਖ ਦੇ ਪਾਸ, ਇਹ ਸਾਰੀਆਂ ਗੁਰੂ ਦੀ ਮਿਹਰ ਦੇ ਨਾਲ ਹੀ ਹੋਇਆ ਕਰਦੀਆਂ ਹਨ। ਇੱਕ ਸਿਰ ਦੀ ਕੀ ਗੱਲ ਹੈ, 100 ਜਨਮ ਲੈ ਕੇ, 1000 ਜਨਮ ਲੈ ਕੇ ਸਿੱਖ ਆਪਣਾ ਸਿਰ ਗੁਰੂ ਦੇ ਅੱਗੇ ਭੇਟਾ ਕਰੇ ਤਾਂ ਵੀ ਕਿਧਰੇ ਗੁਰੂ ਆਪਣਾ ਸਿੱਖ ਬਣਾ ਲਵੇ ਨਾ, ਗਲ ਦੇ ਨਾਲ ਲਾ ਲਵੇ, ਸਸਤਾ ਹੀ ਸੌਦਾ ਹੈ। ਜੇ ਇੱਕ ਵਾਰੀ ਸਿਰ ਦੇਣ ਦੇ ਨਾਲ ਸਿੱਖੀ ਮਿਲ ਜਾਵੇ, ਹੋਰ ਕੀ ਚਾਹੀਦਾ ਹੈ ਸਿੱਖ ਨੂੰ। ਵਿਦਵਾਨਾਂ ਦੇ ਬੜੇ ਪਿਆਰੇ ਬਚਨ ਹਨ, ਕਹਿੰਦੇ ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਣ। ਸਰੀਰ ਤਾਂ ਗੰਦਗੀ ਦੀ ਕੋਠੜੀ ਹੈ, ਗੁਰੂ ਦੇ ਅੱਗੇ ਕਿਵੇਂ ਇਹਦੀ ਆਪਾਂ ਭੇਟਾ ਰੱਖ ਸਕਦੇ ਹਾਂ। ਮਹਾਰਾਜ ਪਾਵਨ ਗੁਰਬਾਣੀ ਦੇ ਵਿੱਚ ਫਰਮਾਉਂਦੇ ਹਨ, ਜਿਹੜੇ 9 ਇੰਦਰੇ ਹਨ, ਅੱਖਾਂ ਹਨ, ਕੰਨ ਹਨ, ਮੂੰਹ ਹੈ, ਨਾਸਕਾ ਹੈ, ਇਹਨਾਂ ਸਾਰਿਆਂ ਦੇ ਵਿੱਚੋਂ ਮੈਲ ਨਿਕਲਦੀ ਰਹਿੰਦੀ ਹੈ ਹਮੇਸ਼ਾ। ਨਵੇਂ ਛਿਦਰ ਸਰਵੇ ਅਪਵਿੱਤਰਾ, ਬੋਲ ਹਰ ਨਾਮ ਪਵਿੱਤਰ ਸਭ ਕੀਤਾ। ਕਹਿੰਦੇ ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਣ। ਸਿਰ ਦਿੱਤਿਆਂ ਜੇ ਹਾਰ ਮਿਲੇ ਤਾਂ ਵੀ ਸਸਤਾ ਜਾਣ। ਜੇ ਸਿਰ ਦੇ ਕੇ ਸਤਿਗੁਰੂ ਆਪਣੇ ਗਲ ਦੇ ਨਾਲ ਲਾ ਲੈਣ, ਸਿੱਖੀ ਦੀ ਦਾਤ ਦੇ ਦੇਣ, ਹੋਰ ਕੀ ਸਿੱਖ ਨੂੰ ਚਾਹੀਦਾ ਹੈ। ਸਾਧ ਸੰਗਤ ਜੀ, ਸਿੱਖ ਜਗਤ ਦੇ ਵਿੱਚ ਸੇਵਾ ਅਤੇ ਸਿਮਰਨ ਦੀ ਬਹੁਤ ਵੱਡੀ ਮਹਿਮਾ ਹੈ।
ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ। ਇੰਦਰਪੁਰੀ ਲਖ ਰਾਜ ਨੀਰ ਭਰਾਵਣੀ। ਜਿਹੜੀਆਂ ਪੁਰਾਤਨ ਸੇਵਾਵਾਂ ਚੱਲਦੀਆਂ ਸਨ, ਦੂਰ ਦੂਰ ਤੋਂ ਦਰਿਆਵਾਂ ਤੋਂ ਖੂਹਾਂ ਤੋਂ ਪਾਣੀ ਲਿਆ ਲਿਆ ਕੇ ਉਹਦੇ ਨਾਲ ਸੇਵਾ ਕਰਨੀ, ਜਲ ਢੋਣ ਦੀ ਸੇਵਾ ਕਰਨੀ। ਭਾਵੇਂ ਸਮਾਂ ਬਦਲਣ ਦੇ ਨਾਲ ਅੱਜ ਸੇਵਾ ਦਾ ਰੂਪ ਬਦਲ ਗਿਆ ਹੈ, ਬੜੀ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਪੁਰਾਤਨ ਸੇਵਾਵਾਂ ਦਾ ਜ਼ਿਕਰ ਕੀਤਾ ਹੈ। ਥੋੜ੍ਹੇ ਯਤਨ ਦੇ ਨਾਲ ਬਹੁਤੀ ਸੇਵਾ ਕੀਤੀ ਜਾ ਸਕੇ, ਇਸ ਤਰ੍ਹਾਂ ਦੇ ਸਿੱਖ ਨੂੰ ਉਪਰਾਲੇ ਕਰਨੇ ਚਾਹੀਦੇ ਹਨ। ਕਹਿੰਦੇ ਇੱਕ ਇੰਦਰਪੁਰੀ ਦਾ ਰਾਜ ਕੇ ਲੱਖਾਂ ਹੀ ਇੰਦਰਪੁਰੀਆਂ ਦਾ ਰਾਜ ਉਹਦੇ ਗੁਰਮੁਖ ਦੇ ਕਦਮਾਂ ਦੇ ਵਿੱਚ ਆ ਜਾਂਦਾ ਹੈ, ਜਿਹੜਾ ਕਹਿੰਦੇ ਜਲ ਦੀ ਸੇਵਾ ਕਰਦਾ ਹੈ। ਲੱਖ ਸੁਰਗ ਸਿਰਤਾਜ ਗਲਾ ਪਿਹਾਵਣੀ। ਪੁਰਾਤਨ ਸਮਿਆਂ ਦੇ ਵਿੱਚ ਚੱਕੀ ਪੀਸਣ ਦੀ ਸੇਵਾ ਕਰਦੇ ਸਨ। ਅੱਜ ਕੱਲ੍ਹ ਦੀ ਤਰ੍ਹਾਂ ਵੱਡੀਆਂ ਵੱਡੀਆਂ ਚੱਕੀਆਂ ਨਹੀਂ ਲੱਗੀਆਂ ਸਨ, ਆਟੇ ਵਾਲੀਆਂ, ਹੱਥਾਂ ਦੇ ਨਾਲ ਪੀਸਣਾ। ਕਹਿੰਦੇ ਲੱਖਾਂ ਹੀ ਸਵਰਗ ਉਸ ਗੁਰਮੁਖ ਦੇ, ਭਾਵੇਂ ਕੋਈ ਬੀਬੀ ਹੈ ਭਾਵੇਂ ਕੋਈ ਵੀਰ ਹੈ, ਉਹਦੇ ਕਦਮਾਂ ਦੇ ਵਿੱਚ ਆ ਜਾਂਦੇ ਹਨ। ਭਾਵ ਉਹਨੂੰ ਇੰਨਾ ਸੁੱਖ ਮਿਲਦਾ ਹੈ, ਇੰਨਾ ਉਹਨੂੰ ਸਕੂਨ ਮਿਲਦਾ ਹੈ ਸੇਵਾ ਕਰਕੇ, ਜਿਹਦੀ ਬਰਾਬਰੀ ਕਹਿੰਦੇ ਲੱਖਾਂ ਸਵਰਗ ਵੀ ਨਹੀਂ ਕਰ ਸਕਦੇ ਹਨ। ਮਨੁੱਖ ਕਈ ਵਾਰੀ ਭੁਲੇਖੇ ਦੇ ਵਿੱਚ ਪੈ ਜਾਂਦਾ ਹੈ ਵੀ ਸ਼ਾਇਦ ਬਹੁਤਾ ਧਨ ਹੋਵੇਗਾ ਤਾਂ ਮੈਨੂੰ ਬਹੁਤਾ ਸੁੱਖ ਹੋਵੇਗਾ, ਇਸ ਕਰਕੇ ਸਾਰੀ ਜ਼ਿੰਦਗੀ ਇਸੇ ਦੌੜ ਦੇ ਵਿੱਚ ਹੀ ਕੱਢ ਦਿੰਦਾ ਹੈ। ਮਹਾਰਾਜ ਸਮਝਾਉਂਦੇ ਹਨ ਕਿ ਆਪਣੇ ਨਾਲ ਤੁਲਨਾ ਕਰਕੇ ਵੇਖਿਆ ਕਰ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ। ਜਿਹੜਾ ਸੁੱਖ ਗੁਰੂ ਦੇ ਘਰ ਦੇ ਵਿੱਚ ਝਾੜੂ ਮਾਰਨ ਦੇ ਨਾਲ, ਜੋੜੇ ਝਾੜਨ ਦੇ ਨਾਲ ਮਿਲਦਾ ਹੈ, ਜਿੰਨਾ ਸਕੂਨ ਮਿਲਦਾ ਹੈ ਨਾ, ਉਹਨਾਂ ਵੱਡੀਆਂ ਵੱਡੀਆਂ ਪਦਵੀਆਂ ਤੇ ਬੈਠ ਕੇ ਵੀ ਨਹੀਂ ਮਿਲਦਾ ਹੈ। ਰੋਂਦੇ ਧੋਂਦੇ ਰਹਿੰਦੇ ਹਨ, ਕਲਪਦੇ ਰਹਿੰਦੇ ਹਨ। ਸੇਵਾ ਦੇ ਵਿੱਚ ਬੜੀਆਂ ਵੱਡੀਆਂ ਬਰਕਤਾਂ ਹਨ। ਹਾਂ ਸਾਧ ਸੰਗਤ ਜੀ, ਇੱਕ ਦੋ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਦ ਮਨੁੱਖ ਸੇਵਾ ਅਤੇ ਸਿਮਰਨ ਦੇ ਰਸਤੇ ਦੇ ਉੱਪਰ ਚੱਲਦਾ ਹੈ। ਇੱਕ ਤਾਂ ਐਸੇ ਲੋਕ ਮਿਲਦੇ ਹਨ ਜਿਹੜੇ ਕਹਿੰਦੇ ਹਨ, ਨਿੰਦਾ ਕਰਦੇ ਹਨ, ਵਿਅਰਥ ਦੇ ਵਿੱਚ ਮਾੜਾ ਚੰਗਾ ਆਖਦੇ ਹਨ। ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣ ਦੀ ਜ਼ਰੂਰਤ ਹੋਇਆ ਕਰਦੀ ਹੈ, ਕਿਉਂਕਿ ਮਹਾਰਾਜ ਜੀ ਦੇ ਬਚਨ ਹਨ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤੁਰਾਈ ਉਪਮਾ, ਤੇ ਬੈ ਸੰਤਰ ਜਾਰ। ਭਾਵੇਂ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਫਿਰ ਸੇਵਾ ਕਰਕੇ ਹੰਕਾਰ ਕਰਨਾ ਤਾਂ ਬਹੁਤ ਹੀ ਮਾੜਾ ਹੈ। ਸਾਰਾ ਕੁਝ ਕਰ ਕਰਾ ਕੇ ਸਮਝ ਲਵੋ ਉਹਨੂੰ ਵਿਅਰਥ ਗਵਾ ਦੇਣਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਹਨ ਨਾ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਕਹਿੰਦੇ ਹਾਥੀ ਵਾਲਾ ਇਸ਼ਨਾਨ ਨਾ ਕਰਿਆ ਕਰੋ। ਜਿਸ ਤਰ੍ਹਾਂ ਭੋਜਨ ਛਕ ਕੇ ਥੋੜ੍ਹਾ ਜਿਹਾ ਚੂਰਨ ਖਾ ਲਈਏ ਨਾ, ਉਹ ਪਚ ਜਾਂਦਾ ਹੈ। ਸੇਵਾ ਕਰਕੇ ਸਿਮਰਨ ਕਰਕੇ ਜੇ ਕਿਧਰੇ ਬੰਦੇ ਨੂੰ ਮਾਲਕ ਦਾ ਸ਼ੁਕਰਾਨਾ ਕਰਨਾ ਆ ਜਾਵੇ ਨਾ, ਸ਼ੁਕਰਾਨਾ ਕਰਨਾ ਇੱਕ ਚੂਰਨ ਹੈ, ਫਿਰ ਬੰਦੇ ਦੀ ਸੇਵਾ ਹਜਮ ਹੋ ਜਾਂਦੀ ਹੈ, ਫਿਰ ਸਿਮਰਨ ਹਜਮ ਹੋ ਜਾਂਦਾ ਹੈ, ਭਗਤੀ ਹਜਮ ਹੋ ਜਾਂਦੀ ਹੈ। ਮਹਾਰਾਜ ਕਹਿੰਦੇ, ਚਾਕਰ ਲੱਗੇ ਚਾਕਰੀ, ਨਾਲੇ ਗਾਰ ਬਵਾਦ, ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ, ਤਾਂ ਕਿਛ ਪਾਏ ਮਾਨ, ਨਾਨਕ ਜਿਸਨੋਂ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ। ਇੱਕ ਇਹੋ ਜਿਹੇ ਮਿਲਦੇ ਹਨ ਜਿਹੜੇ ਬਿਨਾਂ ਮਤਲਬ ਤੋਂ ਹੀ ਕਹੀ ਜਾਂਦੇ ਹਨ, ਬੜੇ ਤੁਸੀਂ ਗੁਰਮੁਖ ਹੋ ਜੀ, ਬੜੇ ਤੁਸੀਂ ਸੰਤ ਹੋ ਜੀ, ਬੜੇ ਤੁਸੀਂ ਮਹਾਤਮਾ ਹੋ ਜੀ। ਕਹਿੰਦੇ ਉਹਨਾਂ ਤੋਂ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੋਇਆ ਕਰਦੀ ਹੈ।
ਮਨੁੱਖ ਨੂੰ ਤਾਂ ਪਤਾ ਹੀ ਹੁੰਦਾ ਹੈ ਵੀ ਮੈਂ ਕਿੰਨਾ ਕੁ ਗੁਰਮੁਖ ਹਾਂ, ਕਿੰਨਾ ਕੁ ਸੰਤ ਹਾਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਹਨ ਬੜੇ ਸੁੰਦਰ। ਲੋਕ ਤਾਰੀਫਾਂ ਕਰਦੇ ਸਨ, ਸਿਫਤਾਂ ਕਰਦੇ ਸਨ। ਭਾਈ ਸਾਹਿਬ ਜੀ ਕਹਿੰਦੇ ਮੇਰਾ ਭੰਡੀ ਪ੍ਰਚਾਰ ਨਾ ਕਰਿਆ ਕਰੋ। ਰੱਜ ਰੱਜ ਕੇ ਭੰਡ ਲਿਆ ਜੇ, ਹੁਣ ਤਾਂ ਕਰ ਜੋ ਬਸ। ਕੱਜੀ ਰਿੱਝੇ ਕੋਈ ਨਾ ਬੁੱਝੇ, ਤਦ ਤਾਂ ਭਰਦਾ ਰਸ। ਕਹਿੰਦੇ ਕੋਈ ਦਾਲ ਸਬਜ਼ੀ ਕੋਈ ਪਦਾਰਥ ਬਣਾਉਣਾ ਹੈ, ਥੋੜਾ ਚਿਰ ਉਹਦੇ ਉੱਪਰ ਢੱਕਣ ਦੇ ਕੇ ਰੱਖਣਾ ਪੈਂਦਾ ਹੈ, ਫੇਰ ਹੀ ਤਿਆਰ ਹੁੰਦੀ ਹੈ ਨਾ। ਜੇ ਢੱਕਣ ਲਾ ਲਾ ਕੇ ਵੇਖੀ ਜਾਓ ਬਾਰ-ਬਾਰ, ਫਿਰ ਗੱਲ ਨਹੀਂ ਬਣਦੀ ਜਲਦੀ। ਇਸ ਕਰਕੇ ਸਾਧ ਸੰਗਤ ਜੀ, ਮਿਟਾ ਦੇ ਹਸਤੀ ਕੋ घर किश मर्तबा चाहिए कि दाना खाक में मिलके गुले गुलजार होता है। ਆਪਣੇ ਆਪਾ ਮਿਟਾਉਣਾ ਪੈਂਦਾ ਹੈ। ਆਪ ਗਵਾਈਐ ਤਾਂ ਸਹੁ ਪਾਈਐ, ਔਰ ਕੈਸੀ ਚਤੁਰਾਈ। ਭਾਈ ਸਾਹਿਬ ਜੀ ਕਹਿੰਦੇ ਇੰਦਰਪੁਰੀ ਲਖ ਰਾਜ ਨੀਰ ਭਰਾਵਣੀ, ਲਖ ਸੁਰਗ ਸਿਰਤਾਜ ਗਲਾ ਪਿਹਾਵਣੀ, ਰਿੱਧ ਸਿੱਧ ਨਿਧ ਲਖ ਸਾਜ ਚੁੱਲ ਚੁਕਾਵਣੀ। ਬਾਲਣ ਡਾਉਣ ਦੀ ਸੇਵਾ ਕਰਦੇ ਸਨ ਨਾ। ਕਹਿੰਦੇ ਇੱਕ ਤਰ੍ਹਾਂ ਦੀ ਰਿੱਧੀ ਹੁੰਦੀ ਹੈ, 9 ਤਰ੍ਹਾਂ ਦੀ ਨਿੱਧੀ ਹੁੰਦੀ ਹੈ, 18 ਤਰ੍ਹਾਂ ਦੀ ਸਿੱਧੀ ਹੁੰਦੀ ਹੈ, ਪਰ ਉਹਨਾਂ ਗੁਰਮੁਖਾਂ ਦੇ ਕਦਮਾਂ ਦੇ ਵਿੱਚ ਕਰੋੜਾਂ ਹੀ ਤਰ੍ਹਾਂ ਦੀਆਂ ਆ ਜਾਂਦੀਆਂ ਹਨ, ਜਿਨ੍ਹਾਂ ਨੂੰ ਕਹਿੰਦੇ ਲੰਗਰ ਦੀ ਸੇਵਾ, ਬਾਲਣ ਡਾਉਣ ਦੀ ਸੇਵਾ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਅਨਹਦ ਸ਼ਬਦ ਅਗਾਜ ਬਾਣੀ ਗਾਵਣੀ, ਜਿਨ੍ਹਾਂ ਨੂੰ ਕਹਿੰਦੇ ਬਾਣੀ ਗਾਉਣੀ ਆ ਜਾਂਦੀ ਹੈ ਨਾ, ਫਿਰ ਉਹਨਾਂ ਗੁਰਮੁਖਾਂ ਦੇ ਕਪਾਟ ਖੁੱਲ੍ਹ ਜਾਂਦੇ ਹਨ, ਰਸ ਵਾਲਾ ਜੀਵਨ ਬਣ ਜਾਂਦਾ ਹੈ। ਹਮੇਸ਼ਾ ਹੀ ਪ੍ਰਭੂ ਦੀ ਉਸਤਤ ਸਿਫਤ ਸਲਾਹ ਜਿਹੜੀ ਹੈ ਉਹਨਾਂ ਦੇ ਜੀਵਨ ਦੇ ਹਿੱਸਾ ਬਣ ਜਾਂਦੀ ਹੈ। 1 2 4 5 ਸਾਜ਼ਾਂ ਦੀ ਕੀ ਗੱਲ ਹੈ, ਕਹਿੰਦੇ ਕਰੋੜਾਂ ਹੀ ਸਾਜ਼ ਜਿਹੜੇ ਹਨ ਉਹਨਾਂ ਦੇ ਜੀਵਨ ਦੇ ਵਿੱਚ ਵੱਜਣ ਲੱਗ ਪੈਂਦੇ ਹਨ। ਤਤ ਤਾਤੀ ਬਿਤ ਚਰਮ ਕਾ ਕਨਕਾਂਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹੈ ਸੁਖਰ ਸਵਾਸ ਪਹਿਚਾਨ। ਸੇਵਾ ਦੀ ਬੜੀ ਵੱਡੀ ਮਹਿਮਾ ਹੈ। ਸਭ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਾਗਣ ਵੰਨੇ। ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ। ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਵੈਮ ਸੇਵਾ ਕੀਤੀ ਅਤੇ ਸਿੱਖ ਸੰਗਤਾਂ ਨੂੰ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ, ਸੇਵਾ ਦੇ ਨਾਲ ਜੋੜਿਆ, ਪਰਉਪਕਾਰ ਦੇ ਨਾਲ ਜੋੜਿਆ। ਬਚਪਨ ਦੇ ਵਿੱਚ ਹੀ ਆਪਣੇ ਵਸਤਰਾਂ ਤੱਕ ਦਾ ਦਾਨ ਦੇ ਦਿਆ ਕਰਦੇ ਸਨ। ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਘਰ ਬਣਾ ਬਣਾ ਕੇ ਦਿੱਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਰਉਪਕਾਰ ਕੀਤਾ। ਸੈਯਦ ਮੂਸਾ ਰੋਪੜੀ ਜਿਹੜਾ ਸੀ, ਉਹਨੇ ਆ ਕੇ ਸ਼ੰਕਾ ਕੀਤਾ ਵੀ ਤੁਸੀਂ ਤਾਂ ਫਕੀਰ ਹੋ, ਤੁਸੀਂ ਪ੍ਰਵਿਰਤੀ ਦੇ ਵਿੱਚ ਕਿਵੇਂ ਫਸੇ ਹੋਏ ਹੋ। ਸਤਿਗੁਰੂ ਜੀ ਆਖਣ ਲੱਗੇ ਵੀ ਇਹਦਾ ਜਵਾਬ ਜਿਹੜਾ ਹੈ ਨਾ ਤੁਸੀਂ ਕੱਲ੍ਹ ਨੂੰ ਆ ਕੇ ਲੈ ਲੈਣਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਕਹਿੰਦੇ ਜੈਸੇ ਕੁਲਾ ਵਧੂ ਅੰਗ ਰਚਤ ਸ਼ਿੰਗਾਰ, ਖੋੜਸ ਤੇਈ ਗਨਕਾ ਰਚਤ ਸਗਲ ਸ਼ਿੰਗਾਰ ਜੀ। ਹਾਰ ਸ਼ਿੰਗਾਰ ਕਹਿੰਦੇ ਵੇਸ਼ਵਾ ਵੀ ਕਰਦੀ ਹੈ, ਸੁਹਾਗਣ ਵੀ ਕਰਦੀ ਹੈ, ਪਰ ਕਿੰਨਾ ਅੰਤਰ ਹੁੰਦਾ ਹੈ। ਦੇਖੋ ਜਹਾਜ਼ ਦੇ ਵਿੱਚ ਵੀ ਉਹੀ ਅੱਗ ਬਲਦੀ ਹੈ, ਕਿੰਨੇ ਲੋਕਾਂ ਨੂੰ ਕਿੱਥੋਂ ਦੀ ਕਿੱਥੇ ਪਹੁੰਚਾ ਦਿੰਦਾ ਹੈ। ਜੇ ਉਹੀ ਕਿਧਰੇ ਉਸ ਨੂੰ ਦੂਸਰੇ ਰੂਪ ਦੇ ਵਿੱਚ ਲੱਗ ਜਾਵੇ, ਕਿੰਨੀ ਬਰਬਾਦੀ ਪਾਉਂਦੀ ਹੈ। ਗੁਰੂ ਦੀ ਮੱਤ ਦੇ ਵਿੱਚ ਜੁੜ ਕੇ, ਗੁਰੂ ਦੀ ਸਿੱਖਿਆ ਦੇ ਵਿੱਚ ਜੁੜ ਕੇ, ਧਰਮ ਦੀ ਕਿਰਤ ਕਰਕੇ ਮਨੁੱਖ ਨੂੰ ਪਤਾ ਹੈ
ਕਿੱਥੋਂ ਤੱਕ ਮੇਰੀ ਹੱਦ ਹੈ। ਹੱਦ ਨੂੰ ਪਾਰ ਕਰੇਗਾ। ਦੇਖੋ ਦੇਸ਼ਾਂ ਦੀਆਂ ਹੱਦਾਂ ਬਣੀਆਂ ਹਨ ਨਾ, ਅਟਾਰੀ ਤੋਂ ਉਰੇ ਉਰੇ ਭਾਵੇਂ ਜਿੰਨੀਆਂ ਮਰਜ਼ੀ ਤੁਸੀਂ ਗੱਡੀਆਂ ਭਜਾਓ, ਜੋ ਕੁਝ ਮਰਜ਼ੀ ਕਰੋ, ਤੁਹਾਨੂੰ ਕੋਈ ਰੋਕੇਗਾ ਨਹੀਂ। ਮਾੜੀ ਜੀ ਹੱਦ ਪਾਰ ਕੀਤੀ, ਅਗਲਿਆਂ ਮਾਰ ਕੇ ਗੋਲੀ ਡਾ ਕੇ ਉਧਰ ਮਾਰਨਾ। ਹੱਦ ਕਿਉਂ ਪਾਰ ਕੀਤੀ? ਇਹ ਬੰਦੇ ਦੀਆਂ ਵੀ ਹੱਦਾਂ ਹੁੰਦੀਆਂ ਹਨ। ਸਿੱਖ ਨੇ ਆਪਣੀ ਹੱਦ ਸਮਝਣੀ ਹੈ, ਮੇਰੀ ਹੱਦ ਕਿੱਥੋਂ ਤੱਕ ਹੈ। ਜੇ ਹੱਦ ਨੂੰ ਪਾਰ ਕਰੇਗਾ, ਆਪਣੇ ਆਪ ਨੂੰ ਖਤਰੇ ਦੇ ਵਿੱਚ ਪਾਵੇਗਾ। ਜੈਸੇ ਕੁਲਾ ਬਧੂ ਅੰਗ ਰਚਤ ਸ਼ਿੰਗਾਰ, ਖੋੜ ਸਤੇਈ ਗਨਕਾ ਰਚਤ ਸਗਲ ਸ਼ਿੰਗਾਰ ਜੀ। ਕੁਲਾ ਬਧੂ ਸੇਜਾ ਸਮੈ ਰਮੈ ਪਧਾਰੇ, ਬੇਸਵਾ ਅਨੇਕ ਸੇ ਕਰਤ ਵਿਵਚਾਰ ਜੀ। ਕੁਲਾ ਬਧੂ ਸੰਗਮ ਸੁਜਸ ਨਿਰਦੋਖ ਮੋਖ, ਬੇਸਵਾ ਪਰਸਤ ਅਪ ਜਸ ਹੋਏ ਵਿਕਾਰ ਜੀ। ਕਹਿੰਦੇ ਤੈਸੇ ਗੁਰ ਸਿੱਖਨ ਕੋ ਪਰਮ ਪਵਿੱਤਰ ਮਾਇਆ, ਸੋਏ ਦੁਖਦਾਇਕ ਹੋਏ ਦਹਿਤ ਸੰਸਾਰ ਜੀ। ਅੱਗ ਉਹੀ ਹੈ ਜੇ ਜੁਗਤੀ ਦੇ ਨਾਲ ਵਰਤੀ ਜਾਵੇ ਸੁੱਖ ਦਿੰਦੀ ਹੈ। ਕਹਿੰਦੇ ਅੱਗ ਦੇ ਵਿੱਚ ਬੰਦਾ ਹੱਥ ਪਾਵੇ ਤਾਂ ਹੱਥ ਸਾੜਦੀ ਹੈ, ਜੇ ਬਹੁਤਾ ਦੂਰ ਚਲਿਆ ਜਾਵੇ ਫਿਰ ਉਹਦਾ ਸੁੱਖ ਨਹੀਂ ਮਿਲਦਾ ਹੈ। ਇਸ ਕਰਕੇ ਕਿਸੇ ਜੁਗਤੀ ਦੇ ਨਾਲ, ਜੁਗਤੀ ਕਿੱਥੋਂ ਮਿਲਦੀ ਹੈ? ਸਾਧ ਸੰਗਤ ਜੀ ਸ਼ਬਦ ਦੇ ਨਾਲ ਮਿਲਦੀ ਹੈ, ਗੁਰੂ ਦੀ ਮੱਤ ਦੇ ਵਿੱਚੋਂ ਮਿਲਦੀ ਹੈ। ਇੱਕ ਗੁਰੂ ਦੀ ਦੀਖਿਆ ਹੁੰਦੀ ਹੈ, ਇੱਕ ਗੁਰੂ ਦੀ ਸਿੱਖਿਆ ਹੁੰਦੀ ਹੈ। ਗੁਰਸਿੱਖ ਨੇ ਇਹ ਦੋ ਤਰ੍ਹਾਂ ਦੀ ਸਿੱਖਿਆ ਪ੍ਰਾਪਤ ਕਰਨੀ ਹੈ। ਦੀਖਿਆ ਦਾ ਭਾਵ ਹੈ ਸ਼ਬਦ ਦੀ ਕਮਾਈ, ਸਿੱਖਿਆ ਦਾ ਭਾਵ ਹੈ ਗੁਰੂ ਦੀ ਮੱਤ, ਗੁਰੂ ਦੀ ਰਹਿਤ ਮਰਜ਼ਾਦਾ। ਦੋਨਾਂ ਚੀਜ਼ਾਂ ਨੂੰ ਧਾਰਨ ਕਰਨਾ ਹੈ ਸਿੱਖ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ ਵੀ ਕੱਲ੍ਹ ਨੂੰ ਇਹਦਾ ਜਵਾਬ ਤੁਹਾਨੂੰ ਮਿਲ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਪਨੇ ਦੇ ਵਿੱਚ ਹੀ ਸਾਰਾ ਜਿਹੜਾ ਫੁਰਨਾ ਸੀ, ਜਿਹੜਾ ਸਵਾਲ ਸੀ, ਪ੍ਰਸ਼ਨ ਸੀ, ਉਹਦੀ ਨਿਵਰਤੀ ਕਰ ਦਿੱਤੀ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਸਮਰੱਥ ਹਨ। ਜਦ ਦਇਆ ਦੇ ਘਰ ਦੇ ਵਿੱਚ ਆ ਜਾਂਦੇ ਹਨ ਨਾ, ਜਿਹੜੇ ਸਾਧ ਸੰਗਤ ਜੀ ਆਪਾਂ ਦੁੱਖ ਭੋਗਣੇ ਹੁੰਦੇ ਹਨ ਨਾ, ਪ੍ਰਤੱਖ ਰੂਪ ਦੇ ਵਿੱਚ ਉਹਨੂੰ ਮਹਾਰਾਜ ਸੁਪਨੇ ਦੇ ਵਿੱਚ ਹੀ ਭੁਗਤਾ ਦਿੰਦੇ ਹਨ, ਕੱਟ ਦਿੰਦੇ ਹਨ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਮਹਾਰਾਜ ਕਹਿੰਦੇ ਸਤਿਗੁਰ ਸਿੱਖ ਕੇ ਬੰਧਨ ਘਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਉਹਨੇ ਦੇਖਿਆ ਸੁਪਨੇ ਦੇ ਵਿੱਚ ਇੱਕ ਵਿਅਕਤੀ ਬਹੁਤ ਸੁੱਖ ਆਨੰਦ ਦੇ ਵਿੱਚ, ਉਹਦੇ ਦਰਸ਼ਨ ਹੋਏ। ਆਖਣ ਲੱਗੇ ਵੀ ਇੰਨੇ ਸੁੱਖ ਆਨੰਦ ਜਿਹੜਾ ਹੈ ਤੁਹਾਨੂੰ ਕਿਸ ਤਰ੍ਹਾਂ ਪ੍ਰਾਪਤ ਹੋਇਆ? ਉਹਨੇ ਆਖਿਆ ਵੀ ਪਿਛਲੇ ਜਨਮ ਦੇ ਵਿੱਚ ਮੇਰੀ ਜੂਨੀ ਸ਼ੇਰ ਦੀ ਸੀ, ਕੋਈ ਅਤਿਥੀ ਆਏ ਸਨ, ਮੈਂ ਆਪਣੀ ਗੁਫਾ ਦਾ ਤਿਆਗ ਕਰਕੇ ਬਾਹਰ ਚਲਿਆ ਗਿਆ, ਉਹਨਾਂ ਨੂੰ ਆਪਣੀ ਗੁਫਾ ਦੇ ਵਿੱਚ ਜਗ੍ਹਾ ਦੇ ਦਿੱਤੀ। ਇਸ ਕਰਕੇ ਇਹ ਸੇਵਾ ਦੇ ਬਦਲੇ ਮੈਨੂੰ ਇਹ ਸੁੱਖ ਆਨੰਦ ਪ੍ਰਾਪਤ ਹੋਇਆ ਹੈ। ਬੀਜ ਮਾਤਰ ਧਰਮ ਕਮਾਉਣ ਦੇ ਨਾਲ ਸਾਧ ਸੰਗਤ ਜੀ ਪਹਾੜਾਂ ਜਿੰਨਾ ਸੁੱਖ ਮਿਲਦਾ ਹੈ। ਮਨੁੱਖ ਕਰਕੇ ਦੇਖੇ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਥੋੜੇ ਤੋਂ ਥੋੜਾ ਵੀ ਧਰਮ ਕਰਮ ਕਰਕੇ ਦੇਖੇ, ਕਿਤਨਾ ਵੱਡਾ ਉਹਨੂੰ ਵਿਆਜ ਲੱਗਦਾ ਹੈ, ਕਿੰਨਾ ਵੱਡਾ ਉਹਨੂੰ ਫਲ ਮਿਲਦਾ ਹੈ। ਫਿਰ ਸਾਧ ਸੰਗਤ ਜੀ ਜਿਹੜੇ ਸੇਵਾ ਕਰਦੇ ਹਨ ਜਾਂ ਦੂਸਰਿਆਂ ਦੇ ਕੋਲੋਂ ਕਰਵਾਉਂਦੇ ਹਨ, ਉਹਨਾਂ ਦੇ ਉੱਪਰ ਸਤਿਗੁਰਾਂ ਦੀ ਬਹੁਤ ਵੱਡੀ ਮਿਹਰ ਹੁੰਦੀ ਹੈ। ਕਈ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਮਿਲਦੇ ਹਨ। ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚ ਹੀ ਜ਼ਿਕਰ ਆਉਂਦਾ ਹੈ, ਜਿਸ ਵਕਤ ਮਹਾਰਾਜ ਪਟਨਾ ਸਾਹਿਬ ਤੋਂ ਅੱਗੇ ਸੰਸਰਾਮ ਜਾਂਦੇ ਹਨ, ਚਾਚਾ ਫੱਗੂ ਜੀ ਜਿੱਥੇ ਆਪ ਸੇਵਾ ਕਰਦੇ ਸਨ, ਦੂਸਰਿਆਂ ਦੇ ਕੋਲੋਂ ਵੀ ਕਰਵਾਇਆ ਕਰਦੇ ਸਨ। ਕਈ ਤਰ੍ਹਾਂ ਦੇ ਲੋਕ ਮਿਲਦੇ। ਇੱਕ ਘਰ ਦੇ ਵਿੱਚ ਗਏ, ਉਹਨੇ ਆਖਿਆ ਵੀ ਉਗਰਾਹੀ ਦਿਓ, ਦਸਵੰਧ ਦਿਓ।
ਬੀਬੀ ਝਾੜੂ ਫੇਰ ਰਹੀ ਸੀ ਕੋਈ ਭੈਣ, ਉਹਨੇ ਆਖਿਆ ਮੇਰੇ ਕੋਲ ਤਾਂ ਕੂੜਾ ਹੈਗਾ ਹੈ, ਕਿਉਂਕਿ ਇਹ ਵੀ ਬੜਾ ਵੱਡਾ ਇੱਕ ਦੁੱਖ ਹੁੰਦਾ ਹੈ, ਦਲਿੱਦਰ ਹੁੰਦਾ ਹੈ। ਮਾਲਕ ਕਿਰਪਾ ਕਰੇ ਤਾਂ ਹੀ ਗੱਲ ਬਣਦੀ ਹੈ। ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੇ ਥੱਕ ਪਾਹੇ। ਕਈ ਬੈਠੇ ਖਾਈ ਜਾਣ, ਮੁੱਕਦਾ ਹੀ ਨਹੀਂ। ਕਈ ਭਾਵੇਂ ਹੱਡ ਭੰਨਵੀਂ ਮਿਹਨਤ ਕਰਨ, ਚੱਜ ਦੇ ਕੱਪੜੇ ਨਹੀਂ ਮਿਲਦੇ, ਖਾਣ ਨੂੰ ਰੋਟੀ ਨਹੀਂ ਮਿਲਦੀ। ਆਪਣਾ ਆਪਣਾ ਭਾਗ ਹੁੰਦਾ ਹੈ, ਮਾਲਕ ਦੀ ਖੇਡ ਹੈ, ਉਹਦੀ ਖੇਡ ਦੇ ਵਿੱਚ ਚੱਲਣਾ ਪੈਂਦਾ ਹੈ। ਸਾਧ ਸੰਗਤ ਜੀ ਇਹੋ ਜਿਹੀ ਧੀਰਜ ਵਾਲੇ ਸਨ, ਝੋਲੀ ਕਰਕੇ ਕੂੜਾ ਹੀ ਆਪਣੀ ਝੋਲੀ ਦੇ ਵਿੱਚ ਪਵਾ ਲਿਆ, ਉਹਨੂੰ ਫਰੋਲਿਆ, ਉਹਦੇ ਵਿੱਚੋਂ ਬੇਰੀ ਦੀ ਗਿਟਕ ਨਿਕਲੀ, ਘਰ ਦੇ ਵਿੱਚ ਲਗਾ ਦਿੱਤਾ। ਜਿਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਗਏ, ਸਾਰੀਆਂ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰੱਖੀਆਂ। ਆਖਣ ਲੱਗੇ ਉਹ ਬੀਬੀ ਦੀ ਭੇਟਾ ਕਿਉਂ ਨਹੀਂ ਰੱਖੀ, ਉਹ ਵੀ ਲਿਆ ਕੇ ਰੱਖੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਚਾਚਾ ਫੱਗੋ ਜੀ ਨੂੰ ਵੀ ਨਿਹਾਲ ਕੀਤਾ ਤੇ ਬੀਬੀ ਨੂੰ ਵੀ ਨਿਹਾਲ ਕੀਤਾ। ਦੇਖੋ, ਥੋੜੀ ਤੋਂ ਥੋੜੀ ਸੇਵਾ ਵੀ ਕੀਤੀ ਜਾਵੇ, ਕਿਉਂਕਿ ਮਹਾਰਾਜ ਨੇ ਦਸਵੰਧ ਦੀ ਮਰਜ਼ਾਦਾ ਜਿਹੜੀ ਬਣਾਈ ਹੈ ਨਾ, ਬੜੀ ਹੀ ਪਿਆਰੀ ਮਰਜ਼ਾਦਾ ਹੈ। ਜਿਹੜਾ ਲੱਖ ਰੁਪਈਆ ਕਮਾਉਂਦਾ ਹੈ ਉਹਦਾ 10,000 ਦਸਵੰਧ ਹੈ, ਜਿਹੜਾ 100 ਕਮਾਉਂਦਾ ਹੈ ਉਹਦੇ 10 ਰੁਪਈਏ ਦਸਵੰਧ ਹੈ। 10,000 ਵਾਲਾ ਕੋਈ ਮਾਣ ਨਹੀਂ ਕਰ ਸਕਦਾ ਵੀ ਮੈਂ ਦਸਵੰਧ ਚੜਾਤਾ, ਮੈਂ ਵੀ ਹੰਕਾਰ ਕਰਾਂ। 10 ਰੁਪਈਆਂ ਵਾਲੇ ਦੇ ਅੰਦਰ ਕੋਈ ਹੀਣ ਭਾਵਨਾ ਨਹੀਂ ਆਉਂਦੀ, ਕਿਉਂਕਿ ਉਹ ਵੀ ਦਸਵੰਧ ਚੜਾ ਰਿਹਾ ਹੈ, ਉਹ ਵੀ ਦਸਵੰਧ ਚੜਾ ਰਿਹਾ ਹੈ। ਮਹਾਰਾਜ ਨੇ ਮਰਜ਼ਾਦਾ ਹੀ ਇਹੋ ਜਿਹੀ ਬਣਾ ਦਿੱਤੀ, ਸਾਂਝੀ ਮਰਜ਼ਾਦਾ। ਉੱਥੇ ਨਾਲ ਦੀ ਨਾਲ ਸਿੱਖ ਨੇ, ਸਾਧ ਸੰਗਤ ਜੀ, ਸਮੇਂ ਦਾ ਵੀ ਦਸਵੰਧ ਕੱਢਣਾ ਹੈ। 24 ਘੰਟਿਆਂ ਦੇ ਵਿੱਚੋਂ 2.5 ਘੰਟੇ ਸਿਮਰਨ ਬਣਦਾ ਹੈ। ਕੋਸ਼ਿਸ਼ ਕਰਨੀ ਹੈ ਸਿੱਖ ਨੇ ਸਿਮਰਨ ਦੇ ਨਾਲ ਜੁੜਨਾ ਹੈ। ਸਾਧ ਸੰਗਤ ਜੀ, ਜਿਹੜਾ ਰੁੱਖ ਆਪਣੀਆਂ ਜੜ੍ਹਾਂ ਜਿੰਨੀਆਂ ਪਤਾਲ ਦੇ ਵਿੱਚ ਲੈ ਜਾਵੇਗਾ, ਓਨੀਆਂ ਆਪਣੀਆਂ ਸ਼ਾਖਾਵਾਂ ਆਕਾਸ਼ ਦੇ ਵਿੱਚ ਲੈ ਜਾਵੇਗਾ। ਜਿਹਦੀ ਉੱਤੇ ਜੜ ਹੁੰਦੀ ਹੈ ਨਾ, ਜਲਦੀ ਪੁੱਟਿਆ ਜਾਂਦਾ ਹੈ। ਮਹਾਰਾਜ ਫਰਮਾਉਂਦੇ ਹਨ ਪਾਵਨ ਗੁਰਬਾਣੀ ਦੇ ਵਿੱਚ, ਪਹਿਲੋਂ ਦੇ ਜੜ ਅੰਦਰ ਜੰਮੈ, ਤਾਂ ਉੱਪਰ ਹੋਵੇ ਛਾਉ। ਸੋ ਸਾਧ ਸੰਗਤ ਜੀ, ਜ਼ਿਆਦਾ ਸਮਾਂ ਨਹੀਂ ਹੈ। ਬੀਬੀ ਜਗਜੀਤ ਕੌਰ ਜੀ ਸਤਿਗੁਰੂ ਜੀ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਚੱਲਦਿਆਂ ਹੋਇਆਂ, ਜੋ ਕਾਰਜ ਗੁਰੂ ਘਰ ਦੀ ਮਰਜ਼ਾਦਾ ਦੇ ਅਨੁਸਾਰ, ਵਿਦਿਆ ਦੇ ਕਾਰਜ, ਮੈਡੀਕਲ ਦੇ ਕਾਰਜ, ਹੋਰ ਤਰ੍ਹਾਂ ਤਰ੍ਹਾਂ ਦੀਆਂ ਸੇਵਾਵਾਂ ਦੇ ਕਾਰਜ ਜਿਹੜੇ ਹਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹਨਾਂ ਦੇ ਕੋਲੋਂ ਕਰਵਾ ਰਹੇ ਹਨ। ਸਿੱਖ ਨੇ ਤਾਂ ਵਿੱਚ ਖਲੋਣਾ ਹੀ ਹੁੰਦਾ ਹੈ, ਪਰ ਖਲੋਣ ਵਾਲਾ ਵੀ ਕੋਈ ਤਕੜਾ ਚਾਹੀਦਾ, ਤਾਂ ਹੀ ਖਲੋ ਸਕਦਾ ਹੈ, ਹਾਰੀ ਸਾਰੀ ਨਹੀਂ ਖਲੋ ਸਕਦਾ ਹੈ। ਸੰਗਤਾਂ ਹੀ ਚੜਾਉਣ ਵਾਲੀਆਂ ਹਨ, ਸੰਗਤਾਂ ਦੇ ਵਿੱਚ ਹੀ ਵਰਤ ਜਾਣਾ ਹੁੰਦਾ ਹੈ, ਪਰ ਜਿਹਨੂੰ ਮਾਲਕ ਵਿੱਚ ਖਿਲਾਰਦੇ ਹਨ, ਉਹਦੇ ਸਿਰ ਦੇ ਉੱਪਰ ਆਪਣਾ ਹੱਥ ਰੱਖਦੇ ਹਨ। ਬੜੇ ਵੱਡੇ ਕਾਰਜ ਜਿਹੜੇ ਹਨ ਸਾਧ ਸੰਗਤ ਜੀ ਚੱਲ ਰਹੇ ਹਨ। ਮਹਾਰਾਜ ਕਿਰਪਾ ਕਰਨ, ਹੋਰ ਚੜ੍ਹਦੀ ਕਲਾ ਦੇ ਨਾਲ ਜਿਹੜੇ ਕਾਰਜ ਹਨ ਇਹ ਗੁਰੂ ਘਰ ਦੇ ਵੱਲੋਂ ਹੁੰਦੇ ਰਹਿਣ, ਚੱਲਦੇ ਰਹਿਣ। ਸੋ ਦਾਸ ਵੱਲੋਂ ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸਾਬਤ ਸੂਰਤ ਹੋਵੋ, ਨਸ਼ਿਆਂ ਦਾ ਤਿਆਗ ਕਰੋ, ਨਾਮ ਬਾਣੀ ਦੇ ਨਾਲ ਜੁੜੋ। 2 ਮਿੰਟ ਸਿਰਫ ਹੋਰ ਲੈਣੇ ਹਨ, ਫਿਰ ਖਿਮਾ ਦੇ ਜਾਜਕ ਹੋਣਾ ਹੈ, ਕਿਉਂਕਿ ਸਾਰੀ ਜਿਹੜੀ ਵਡਿਆਈ ਹੈ ਨਾ ਸਾਧ ਸੰਗਤ ਜੀ, ਪਰਮੇਸ਼ਰ ਦੇ ਨਾਮ ਦੀ ਹੈ। ਇਸ ਯੁੱਗ ਮੈਂ ਸੋਭਾ ਨਾਮ ਕੀ। ਸਾਰੇ ਸਮਾਗਮ ਕਿਉਂ ਰਚੇ ਜਾਂਦੇ ਹਨ ਵੀ ਆਪਾਂ ਬਾਣੀ ਪੜ੍ਹਨ ਲੱਗ ਪਈਏ, ਸਿਮਰਨ ਕਰਨ ਲੱਗ ਪਈਏ। ਇਸ ਕਰਕੇ 2 ਮਿੰਟ ਆਪਾਂ ਸਾਰਿਆਂ ਮਿਲ ਕੇ ਸਿਮਰਨ ਕਰਨਾ ਹੈ। ਫਿਰ ਦਾਸ ਨੇ ਫਤਿਹ ਬੁਲਾਉਣੀ ਹੈ। ਦਾਸ ਅੱਗੇ ਬੋਲੇਗਾ, ਆਪ ਜੀ ਨੇ ਪਿੱਛੇ ਪਿੱਛੇ ਗੱਜ ਕੇ ਬੋਲਣਾ ਹੈ। ਜਿੰਨੀ ਸੰਗਤ ਹੈ, ਪੂਰਾ ਜਿਹੜਾ ਹਾਲ ਹੈ ਗੂੰਜਣਾ ਚਾਹੀਦਾ ਹੈ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ
ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ 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 ਵਾਹਿਗੁਰੂ। ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸਤਿਗੁਰੂ ਦੀ ਸਭਨਾਂ ਦੇ ਉੱਪਰ ਮਿਹਰਾਮਤ ਕਰਨ। ਤਗੜੇ ਹੋ ਕੇ ਨਾਮ ਬਾਣੀ ਦਾ ਅਭਿਆਸ ਕਰਿਆ ਕਰੋ। ਸਰਬ ਰੋਗ ਕਾ ਔਖਦ ਨਾਮ। ਨਾਮ ਦੇ ਵਿੱਚ ਸਾਰੀਆਂ ਬਰਕਤਾਂ ਹਨ, ਸਾਰੇ ਸੁੱਖ ਹਨ। ਮਹਾਰਾਜ ਸਭਨਾਂ ਦੇ ਉੱਪਰ ਮਿਹਰਾਮਤ ਕਰਨ। ਬਹੁਤ ਹੀ ਪਿਆਰ ਵਾਲੇ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਨੇ ਹੁਣ ਦਾਸ ਤੋਂ ਬਾਅਦ ਦੇ ਵਿੱਚ ਜਿਵੇਂ ਸੈਕਟਰੀ ਸਾਹਿਬ ਦੱਸਣਗੇ, ਸੰਗਤਾਂ ਦੇ ਦਰਸ਼ਨ ਕਰਨੇ ਹਨ, ਕੀਰਤਨ ਦੁਆਰਾ ਹਾਜ਼ਰੀ ਭਰਨੀ ਹੈ, ਦਾਸ ਦੀ ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸਮੂਹ ਸੰਗਤ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।